किन्नी पढ़ाई कर ली। महाराज कहते किन्नी पढ़ पढ़ गड्डी लदी है, पढ़ पढ़ भरिया साथ, पढ़ पढ़ बेड़ी पाई है, पढ़ पढ़ गड्डिया खात, पढ़िया जेते बस बस, पढ़िया जेते मास, पढ़िया जेती आरजा, पढ़िया जेते सास। जद माँ के पेट चों पैदा होया वाहिगुरू ने ऐसी कोई कर दिंदा कि ਉਹਨੂੰ ਉਸੇ ਵੇਲੇ ਕਿਤਾਬਾਂ ਮਿਲ ਜਾਂਦੀਆਂ ਅਤੇ ਪੜ੍ਹਨ ਲੱਗ ਜਾਂਦਾ। ਜੇਤੇ ਲਿਖਿਆ ਸਾਸ ਜੇਤੇ 24,000 ਸਵਾਸ ਇੱਕ ਦਿਨ 'ਚ ਆਉਂਦਾ ਰਾਤ 'ਚ। 75 ਸਾਲ ਦੀ ਉਮਰ ਹੋਵੇ ਤਾਂ 66 ਕਰੋੜ 44 ਲੱਖ ਸਵਾਸ ਆਉਂਦਾ। 100 ਸਾਲ ਦੀ ਹੋਵੇ ਤਾਂ 88 ਕਰੋੜ 66 ਲੱਖ ਸਵਾਸ ਆਉਂਦਾ। ਕਹਿੰਦੇ ਜੇਤੇ ਸਾਸ ਜਿੰਨੇ ਵੀ ਤੇਰੇ ਸਾਸ ਨੇ ਪੜ੍ਹ ਲੈ। ਲੇਕਿਨ ਜੇ ਤਾਂ ਇੱਕ ਗੱਲ ਨਹੀਂ ਬੁੱਝੀ ਨਾ ਤਾਂ ਤੂੰ ਕਿਸੇ ਵੀ ਕਿਨਾਰੇ ਨਹੀਂ ਪਹੁੰਚਿਆ। ਲੇਖੇ ਤੇਰੇ ਦੀ ਇੱਕ ਗੱਲ ਹੈ ਇੱਕ ਗੱਲ ਹੋਰ ਹਉਮੈ ਚੱਕਣਾ ਚਾਹ। ਜਿੰਨਾ ਪੜ੍ਹਿਆ ਜੇਤਾ ਪੜ੍ਹਿਆ ਤੇਤਾ ਕੜਿਆ ਕੜ ਗਿਆ ਤੂੰ। ਤੈਨੂੰ ਸੋਝੀ ਨਹੀਂ ਆਈ ਕਿਸੇ ਗੱਲ ਦੀ। ਜੇ ਨਹੀਂ ਆਈ ਤਾਂ ਕਹਿੰਦੇ ਹਉਮੈ ਦਾ ਚੱਕਣਾ ਚਾਖ ਦੇ ਵਿੱਚ ਕੁਛ ਵੀ ਨਹੀਂ ਹੋਇਆ। ਤੈਨੂੰ ਕੋਈ ਗੱਲ ਦੀ ਪ੍ਰਾਪਤੀ ਨਹੀਂ। ਲਾਇਬ੍ਰੇਰੀਆਂ ਪੜ੍ਹ ਗਿਆ, PhD ਕਰ ਲਈ, D.Litt ਕਰ ਲਈ। ਮਹਾਰਾਜ ਕਹਿੰਦੇ ਕ੍ਰੋਧ ਵੀ ਨਿਕਲਿਆ ਤੇਰੇ ਅੰਦਰੋਂ, ਕਾਮ ਦਾ ਵੇਗ ਖਤਮ ਕੀਤਾ ਤੈਂ, ਲੋਭ ਦੇ ਵਿੱਚੋਂ ਤੂੰ ਨਿਕਲ ਗਿਆ ਕਿ ਕਿਤਾਬਾਂ ਲਿਖ ਲਿਖ ਵੇਚੀ ਜਾਂਦਾ। ਮੋਹ ਤੋਂ ਤੈਨੂੰ ਛੁਟਕਾਰਾ ਹੋ ਗਿਆ ਕਿ ਆਪਣੇ ਪਰਿਵਾਰ ਵਾਸਤੇ ਹੀ ਸਭ ਕੁਛ ਬਣਾਈ ਜਾਂਦਾ। ਲੋਭ ਤੋਂ ਕਿੰਨਾ ਕੁ ਦੂਰ ਹੋ ਗਿਆ। ਵਿਚਾਰ ਲਵੇ ਆਪੇ ਹੀ ਵੀ ਮੈਂ ਹੋਇਆ ਕਦੇ ਇੱਥੇ ਆ। ਜੇ ਨਹੀਂ ਹੋਇਆ ਤਾਂ ਮਹਾਰਾਜ ਵੱਲੋਂ ਡਿਗਰੀ ਮਿਲਦੀ ਹੈ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ। ਮਨਮੁਖ ਵਿਦਿਆ ਵਿਕਰਦਾ, ਬਿਖ ਖੱਟੇ ਬਿਖ ਖਾਏ। ਬਿਓ ਖੱਟਦਾ ਬਿਓ ਖਾਂਦਾ। ਪੜ੍ਹਾਈ ਨੂੰ ਤਾਂ ਮਹਾਰਾਜ ਨੇ ਮੰਨਿਆ ਹੀ ਨਹੀਂ। ਅਕਲ ਨੂੰ ਉਸ ਨੂੰ ਮੰਨਿਆ ਜਿਹੜੀ ਅਕਲ ਪਰਮੇਸ਼ਰ ਦੇ ਰਸਤੇ 'ਤੇ ਚੱਲਦੀ ਹੈ। ਦੂਈ ਅਕਲ ਨੂੰ ਮਹਾਰਾਜ ਕਿਹਾ ਬਾਦ ਹੈ ਅਕਲ, ਇਹ ਕਿਸੇ ਕੰਮ ਦੀ ਨਹੀਂ ਆ। ਉਹ ਅਕਲ ਜਿਹੜੀ ਪਰਮੇਸ਼ਰ ਵੱਲ ਨੂੰ ਤੋਰਦੀ ਹੈ ਉਹਨੂੰ ਤਾਂ ਮੰਨਿਆ, ਦੂਸਰੀ ਨੂੰ ਨਹੀਂ ਮੰਨਿਆ। ਸੋ ਕਿੱਡਾ ਫਰਮਾਨ ਕਰਤਾ ਆਵਨਾ ਸ੍ਰੇਸ਼ਟ ਮੈਂ ਬਿਨ ਬੁਝੇ ਪਸ ਢੋਰ। ਹੁਣ ਦੇਖੋ ਆਪਾਂ ਬੁੱਝ ਲਿਆ ਕਿ ਨਹੀਂ। ਜੇ ਨਹੀਂ ਬੁਝਿਆ ਢੋਰ ਕਹਿੰਦੇ ਨੇ ਮਰੇ ਹੋਏ ਡੰਗਰਾਂ ਨੂੰ।
ਪਸ਼ੂ ਕਹਿੰਦੇ ਨੇ ਜਿਹੜਾ ਜਿਉਂਦਾ ਪਸ਼ੂ ਹੈ। ਉਹਦੀ ਤੁਲਨਾ ਦੇਤੀ ਸਾਨੂੰ ਮਨੁੱਖ ਨੂੰ। ਅਸੀਂ ਬਣੇ ਫਿਰਦੇ ਹਾਂ ਬੜੇ ਗਿਆਨੀ, ਬੜੇ ਸੰਤ, ਬੜਾ ਕੁਛ ਬਣੇ ਫਿਰਦੇ ਹਾਂ, ਬੜੇ ਪ੍ਰਚਾਰਕ। ਦੁਨੀਆ ਮਾਰ ਹਾਰ ਪਾਉਂਦੀ ਆ, ਜਲੂਸ ਕੱਢਦੀ ਆ। ਬਣਿਆ ਤਾਂ ਤੇਰਾ ਕੁਛ ਵੀ ਨਹੀਂ ਹੈ ਜੇ ਤੂੰ ਅਜੇ ਕਿਸੇ ਕਿਨਾਰੇ ਨਹੀਂ ਪਹੁੰਚਿਆ ਪਿਆਰਿਆ। ਐਵੇਂ ਕਾਹਨੂੰ ਖਪਦਾ ਹਉਮੈ ਦੇ ਫੇਰ 'ਚ ਰੌਲਾ ਰੱਪਾ ਹੀ ਹੈ। ਗੱਲ ਸੀਰੀਅਸਲੀ ਸੋਚ। ਜੇ ਨਹੀਂ ਹਾਲ ਤੀ ਸੋਚਿਆ ਮੁੜ ਕੇ ਸੋਚ ਲੈ, ਪਹਿਲੀ ਜਮਾਤ 'ਚ ਫੇਰ ਲੱਗ ਜਾ ਵੀ ਕੱਚੀ ਰਹਿ ਗਈ ਮੇਰੀ ਪੜ੍ਹਾਈ, ਮੈਂ ਤਾਂ ਦੁਬਾਰਾ ਪੜ੍ਹਨਾ। ਪਰ ਟੀਚਰ ਟਰੋਲ ਕੋਈ, ਉਹ ਪੂਰਨ ਹੋਵੇ ਸੋ ਪੰਡਤ, ਸੋ ਪੜ੍ਹਿਆ ਸੋ ਪੰਡਤ ਬੀਨਾ, ਜਿਸ ਰਾਮ ਨਾਮ ਗਲ ਹਾਰ। ਜਿਹੜਾ ਇੱਕ ਸਕਿੰਟ ਵਾਸਤੇ ਵੀ ਪਰਮੇਸ਼ਰ ਦੇ ਨਾਮ ਨੂੰ ਨਹੀਂ ਭੁੱਲਦਾ ਉਹ ਟੀਚਰ ਹੈ। ਉਹ ਟੀਚਰ ਕਰ ਲੈ। ਉਸ ਟੀਚਰ ਦਾ ਕੀ ਨਾਮ ਹੈ? ਬੇਅੰਤ ਨਾਮ ਨੇ। ਗੁਰੂ ਗ੍ਰੰਥ ਸਾਹਿਬ 'ਚ ਐਸੇ ਫਰਮਾਨ ਆਉਂਦਾ ਹੈ, ਜਿਨ੍ਹਾਂ ਸਾਥ ਗਿਰਾਸ ਨ ਬੀਸਰੈ, ਸਾਥ ਗਿਰਾਸ ਨ ਬੀਸਰੈ। ਜਿਨ ਸਾਥ ਗਿਰਾਸ ਨ ਬੀਸਰੈ, ਸਾਥ ਗਿਰਾਸ ਨ ਬੀਸਰੈ। ਸੋ ਪੜ੍ਹਿਆ ਸੋ ਪੰਡਤ ਬੀਨਾ, ਜਿਸ ਰਾਮ ਨਾਮ ਗਲ ਹਾਰ। ਜਿਸ ਨੇ ਸੂਖਮ ਦੇ ਵਿੱਚ ਸਥੂਲ ਨੂੰ ਤੇ ਸਥੂਲ ਵਿੱਚ ਸੂਖਮ ਨੂੰ ਜਾਣ ਲਿਆ, ਮਹਾਰਾਜ ਕਹਿੰਦੇ ਉਹ ਉਸਤਾਦ ਟੋਲ ਲੈ। ਸੋਧਤ 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 ਸੀਜਿਆ, ਗੁਰ ਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਸਥੂਲ। ਉਸਤਾਦ ਕਾਮਲ ਨਹੀਂ ਮਿਲਦਾ, ਕਿਸ ਤਰ੍ਹਾਂ ਕਿਨਾਰੇ ਪਹੁੰਚ ਜਾਏਗਾ? ਪਹੁੰਚ ਨਹੀਂ ਸਕਦਾ। ਸਾਧ ਸਿੰਘ ਜੀ, ਬੜੀਆਂ ਹੀ ਇਹ ਸੀਰੀਅਸ ਟਾਕ ਹੈ ਜਿਹੜੀ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰ ਰਿਹਾ। ਟਾਈਮ ਲੰਘਦਾ ਜਾਂਦਾ, ਮੁੜ ਮੁੜ ਹੱਥ ਨਹੀਂ ਆਉਣਾ ਟਾਈਮ। ਸਾਲ ਬਾਅਦ ਮੈਂ ਇੱਥੇ ਆਇਆ, ਆਉਂਦਾ ਨਾ ਆਉਂਦਾ ਕੀ ਪਤਾ ਲੱਗਦਾ ਕਿਹੜੇ ਵੇਲੇ ਪਰਮੇਸ਼ਰ ਦਾ ਹੁਕਮ ਆ ਜਾਵੇ। ਗੱਲ ਵਿਚਾਰ ਕਰ ਰਹੇ ਹਾਂ, ਸੀਰੀਅਸ ਥੋਟ, ਜਿਵੇਂ ਸਟੂਡੈਂਟ ਕਰਦੇ ਨਾ ਕਲਾਸ 'ਚ ਐਂ ਕਰ ਰਹੇ ਹਾਂ ਆਪਾਂ। ਕੋਈ ਕਹਾਣੀ ਦੀ ਬਾਤ ਨਹੀਂ ਅਜੇ ਕਰ ਰਹੇ। ਕਹਾਣੀਆਂ ਹੁੰਦੀਆਂ ਨੇ ਮਨ ਜਿਹੜਾ ਹੈ ਦੌੜੇ ਨਾ, ਬੋਰਡਮ ਨਾ ਪੈਦਾ ਹੋ ਜਾਵੇ। ਉਹ ਫਿਰ ਕੋਈ ਰੌਚਕ ਬਾਤ ਸ਼ੁਰੂ ਕਰ ਲਈ ਦੀ ਆ, ਇੱਧਰ ਮਨ ਟਿਕਿਆ ਰਹੇ, ਗੱਲ ਵੀ ਸਮਝਾਈ ਜਾਈਦੀ ਹੈ। ਬੜੇ ਸਿਆਣੇ ਤੁਸੀਂ ਬੈਠੇ ਹੋ, ਦੂਰ ਦੂਰ ਤੋਂ ਆਏ ਹੋ, ਕੁਛ ਲੈਣ ਵਾਸਤੇ ਇੱਥੋਂ ਆਏ ਹੋ, ਅਤੇ ਇਹਨਾਂ ਗੱਲਾਂ ਨੂੰ ਸਮਝੋ ਕਿ ਮੈਂ ਖੁਦ ਤੁਹਾਡੇ ਨਾਲ ਹਾਂ। ਮੈਂ ਕਿਹੜਾ ਬੁੱਝਿਆ ਹਾਲੇ। ਆਪਣਾ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ। ਮੈਂ ਤਾਂ ਬਹੁਤ ਡਰਦਾ ਵੀ ਅਜੇ ਪਸ਼ੂਆਂ ਢੋਰਾਂ 'ਚੋਂ ਹੀ ਸਾਡਾ ਦਰਜਾ ਨਹੀਂ ਉੱਚਾ ਹੋਇਆ। ਸਾਨੂੰ ਲੋਕ ਸੰਤ ਕਹਿੰਦੇ ਨੇ, ਮਰ ਜਲੂਸ ਕੱਢਦੇ ਆ, ਦੌੜੇ ਫਿਰਦੇ ਆ, ਦਰਸ਼ਨ ਕਰੇ ਆਈਏ। ਮੈਨੂੰ ਪਤਾ ਕਿ ਅੱਜ ਤਾਂ ਅਸੀਂ ਉੱਥੇ ਹੀ ਹਾਂ। ਉਹ ਗੱਲ ਬੁੱਝੀ ਕਿਹੜੀ ਨਹੀਂ ਹੈ। ਮਹਾਰਾਜ ਕਹਿੰਦੇ ਨਾਨਕ ਗੁਰਮੁਖ ਸੋ ਬੁਝਾ।
ਇਹ ਪੂਰਨ ਜਿਹੜਾ ਸੰਤ ਹੈ ਨਾ, ਜਿਹਨੇ ਰਿਅਲਾਈਜ਼ ਕਰ ਲਿਆ, ਉਹਦੇ ਰਾਹੀਂ ਉਹ ਬੰਦਾ ਬੁੱਝੂਗਾ ਜਿਹਦੇ ਮੱਥੇ ਵਿੱਚ ਭਾਗ ਹੋ ਗਏ, ਤਪ ਤਪੱਸਿਆ ਇੰਨੀ ਪੂਰੀ ਹੋ ਗਈ ਕਿ ਹੁਣ ਬੁੱਝਣਾ ਹੀ ਬੁੱਝਣਾ ਬਾਕੀ ਰਹਿ ਗਿਆ। ਗੁਰੂ ਨਾਨਕ ਪਾਤਸ਼ਾਹ ਇੱਕ ਜੰਗਲ 'ਚ ਜਾ ਰਹੇ ਨੇ, ਜਾਂਦੇ ਜਾਂਦੇ ਮਰਦਾਨਾ ਅੰਬਾ ਵੇਲਾ ਕਰ ਰਿਹਾ, ਪਾਤਸ਼ਾਹ ਤੁਸੀਂ ਬਸਤੀਆਂ 'ਚ ਤਾਂ ਵੜਦੇ ਹੀ ਨਹੀਂ, ਆਹ ਦੇਖੋ ਕਿੱਡਾ ਵੱਡਾ ਜੰਗਲ ਦਾ ਜਿਹਦੇ 'ਚ ਤੁਸੀਂ ਲੰਘੇ ਹੋ। ਮਹਾਰਾਜ ਕਹਿੰਦੇ ਮਰਦਾਨਿਆ, ਇਹ ਜੰਗਲ ਧਨਤਾ ਦੇ ਯੋਗ ਨੇ, ਜਿੱਥੇ ਬੈਠ ਕੇ ਹਰੀ ਦੇ ਗੁਣ ਗਾਉਂਦੇ ਆ। ਇਹ ਪਵਿੱਤਰ ਨੇ। ਇਹਨਾਂ ਜੰਗਲਾਂ ਦੇ ਵਿੱਚ ਦੇਵਤਿਆਂ ਨੇ ਆ ਕੇ ਭੁੱਖਾਂ ਪਿਆਸਾਂ ਕੱਟੀਆਂ, ਪੀਰਾਂ ਨੇ, ਸਾਧਕਾਂ ਨੇ, ਸਾਲਕਾਂ ਨੇ, ਸਾਧੂਆਂ ਮੁਨੀਆਂ ਨੇ, ਰਿਸ਼ੀਆਂ ਨੇ, ਇਹ ਧਨ ਨੇ ਜੰਗਲਾਂ ਦੇ ਵਿੱਚ ਪ੍ਰਾਪਤ ਕਰਿਆ। ਤੂੰ ਜੰਗਲਾਂ ਨੂੰ ਨਿੰਦੀ ਜਾਂਦਾ। ਜਿੱਥੇ ਬੈਠ ਕੇ ਪ੍ਰਭੂ ਦੇ ਗੁਣ ਗਾਏ ਜਾਣ ਉਹ ਤਾਂ ਸੁਹਾਵਾ ਥਾਂ ਹੁੰਦਾ। ਜਿੱਥੇ ਭੀੜਾਂ ਦੇ ਵਿੱਚ ਕੋਈ ਪ੍ਰਭੂ ਦਾ ਪਿਆਰਾ ਨਹੀਂ ਹੁੰਦਾ ਮਰਦਾਨਿਆ, ਉਹ ਉਜਾੜਾਂ ਹੁੰਦੀਆਂ ਨੇ। ਕਬੀਰ ਸਾਹਿਬ ਨੂੰ ਕਿਹਾ ਵੀ ਮਹਾਰਾਜ ਮੇਲਾ ਲੱਗਿਆ ਹੋਇਆ, ਕਿਰਪਾ ਕਰੋ, ਤੁਹਾਡੇ ਨਾਲ ਹੋਰ ਵੀ ਦੇਖ ਆਉਣਗੇ। ਕਹਿੰਦੇ ਸਾਨੂੰ ਤਾਂ ਲੋੜ ਨਹੀਂ। ਬਾਰ ਬਾਰ ਕਿਹਾ, ਕਹਿੰਦੇ ਚੰਗਾ ਚੱਲਦੇ ਆ, ਕਿਉਂਕਿ ਮਹਾਂਪੁਰਸ਼ਾਂ ਦਾ ਇਹ ਹੈ, ਉੱਠ ਫਰੀਦਾ ਸੁੱਤਿਆ ਦੁਨੀਆ ਦੇਖਣ ਜਾ, ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ। ਚਲੋ ਕਿਸੇ ਮਹਾਤਮਾ ਦੇ ਹੀ ਦਰਸ਼ਨ ਹੋਣਗੇ। ਮੇਲਾ ਦੇਖ ਕੇ ਵਾਪਸ ਆ ਗਏ, ਆਪਣੀਆਂ ਆਪਣੀਆਂ ਗੱਲਾਂ ਕਰਦੇ ਨੇ, ਆਹ ਦੇਖਿਆ ਉਹ ਦੇਖਿਆ। ਕਬੀਰ ਸਾਹਿਬ ਚੁੱਪ ਕਰਕੇ ਸੁਣੀ ਜਾਂਦੇ ਨੇ ਸਾਰਿਆਂ ਦੀ। ਅਖੀਰ ਬੇਨਤੀ ਕਰੀ, ਕਹਿਣ ਲੱਗੇ ਮਹਾਰਾਜ ਆਪ ਤਾਂ ਕੋਈ ਬਚਨ ਨਹੀਂ ਕਰ ਰਹੇ ਵੀ ਕੀ ਦੇਖਿਆ। ਕਹਿੰਦਾ ਪਿਆਰਿਓ ਮੈਂ ਤਾਂ ਕੁਛ ਦੇਖਿਆ ਹੀ ਨਹੀਂ ਹੈ। ਜੇ ਦੇਖਿਆ ਤਾਂ ਮੈਂ ਉਜਾੜ ਦੇਖੀ ਹੈ। ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਵਜੋਂ, ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਵਜੋਂ। ਫਿਰਿਓ ਕੌਤਕ ਉਠਾਏ ਠਾਓ ਠਾਏ। ਇੱਕ ਰਾਮ ਸੁਨੇਹੀ ਵਾਰਾ ਉਜੜ ਮੇਰੇ ਪਾਏ। ਉੱਥੇ ਇੱਕ ਵੀ ਨਹੀਂ ਮਿਲਿਆ ਜਿਹਨੂੰ ਦੇਖ ਕੇ ਠੰਡ ਪੈ ਜਾਵੇ, ਪਰਮੇਸ਼ਰ ਦਾ ਪਿਆਰਾ ਹੋਵੇ। ਉਹ ਤਾਂ ਸਮਾਂ ਚੰਗੇ ਲੱਗਣ ਦੀ ਥਾਂ ਕੁਛ ਹੋਰ ਹੀ ਸੀ। ਕਹਿਣ ਲੱਗੇ ਭਗਤ ਜੀ ਕਿੰਨੇ ਸੋਹਣੇ ਸੋਹਣੇ ਕੱਪੜੇ ਪਾ ਕੇ ਆਏ ਸੀ, ਕਿੰਨੇ ਸੋਹਣੇ ਮੋਤੀਆਂ ਦੀਆਂ ਮਾਲਾ ਦਸਤਾਰਾਂ ਦੇ ਨਾਲ ਟੰਗੀਆਂ ਹੋਈਆਂ, ਗਲ 'ਚ ਹਾਰ ਪਾਏ ਹੋਏ, ਕਿੰਨੇ ਸੋਹਣੇ ਵਸਤਰ ਪਹਿਨ ਕੇ ਬੰਦੇ ਫਿਰਦੇ ਸੀ, ਤੁਸੀਂ ਦੇਖਿਆ ਹੀ ਨਹੀਂ। ਕਹਿੰਦੇ ਦੇਖਿਆ ਤਾਂ ਹੈ, ਪਰ ਉਹਨਾਂ ਦੇ ਵਿੱਚੋਂ ਪਿਆਰ ਦੀ ਸੁਗੰਧ ਹੀ ਨਹੀਂ ਸੀ ਆਉਂਦੀ।
ਉਹਨਾਂ ਦੇ ਵਿੱਚ ਅਪਮਾਨ ਦਾ ਜਿਹੜਾ ਈਰਖਾ ਦੀ ਅੱਗ ਸੀ, ਅਪਮਾਨ ਦੀ ਅੱਗ, ਉਹ ਲੱਟ ਲੱਟ ਮੱਚਦੀ ਸੀ। ਉਹ ਜਿਸ ਨੇ ਉਹਨਾਂ ਦੇ ਚਿਹਰਿਆਂ ਦੀ ਰੌਣਕ ਜਿਹੜੀ ਸੀ ਉਹ ਡਰਾਉਣੀ ਕਰ ਦਿੱਤੀ, ਜਿਵੇਂ ਮਹਾਰਾਜ ਜੀ ਫਰਮਾਨ ਕਰਦੇ ਹਨ, ਤੇਰਾ ਮੁਖੜਾ ਡਰਾਉਣਾ ਬਿਨਾ ਨਾਮ ਤੋਂ, ਤੇਰਾ ਮੁਖੜਾ ਡਰਾਉਣਾ ਬਿਨਾ ਨਾਮ ਤੋਂ, ਤੇਰਾ ਮੁਖੜਾ ਡਰਾਉਣਾ ਬਿਨਾ ਨਾਮ ਤੋਂ, ਤੇਰਾ ਮੁਖੜਾ ਡਰਾਉਣਾ ਬਿਨਾ ਨਾਮ ਲਾਲ ਜੜਾ ਦਿਸੇ ਦਾਜੇ ਕਾਂਜੋ ਜਿਨਮੁਖ ਨਾਹੀ ਨੋ। ਪਿਆਰੇ, ਉਹ ਤਾਂ ਕਿਸੇ ਦੇ ਪਰਮੇਸ਼ਰ ਦਾ ਨਾਮ ਚਿੱਤ ਚੇਤੇ ਵੀ ਨਹੀਂ ਸੀ। ਠੀਕ ਹੈ, ਕੁੰਡਲ ਪਾਏ ਹੋਏ ਸੀਗੇ, ਮਾਲਾ ਸਿਰ 'ਤੇ ਬੰਨੀਆਂ ਹੋਈਆਂ ਸੀ ਅਤੇ ਰੋਸ਼ਨੀ ਦੇ ਰਹੀਆਂ ਸਨ, ਪਰ ਨਾਮ ਤੋਂ ਬਿਨਾਂ ਤਾਂ ਉਹ ਡਰਾਉਣੇ ਸੀ। ਫਰੀਦਾ ਤਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾ, ਇੱਥੇ ਤੁਗ ਕਲੇਰਿਆ ਅੱਗੇ ਠਾਰ ਨਾ ਠਾਰ। ਸੋ ਇਸ ਤਰ੍ਹਾਂ ਨਾਮ ਤੋਂ ਵਿਹੀਣਾ ਘੁੱਗ ਵਸਦੇ ਸ਼ਹਿਰਾਂ ਦੇ ਵਿੱਚ ਵੀ ਡਰਾਉਣਾ। ਕਹਿੰਦੇ ਮਰਦਾਨਿਆਂ, ਜਗ੍ਹਾ ਉਹੀ ਭਲੀ ਹੁੰਦੀ ਹੈ ਜਿੱਥੇ ਬੈਠ ਕੇ ਹਰੀ ਦੇ ਗੁਣ ਗਾਏ ਜਾਣ, ਨਹੀਂ ਤਾਂ ਉਜਾੜਾਂ ਹੁੰਦੀਆਂ ਨੇ। ਇਹਨਾਂ ਜੰਗਲਾਂ ਵਿੱਚ ਵੱਡੇ ਵੱਡੇ ਸਾਧਕ, ਸਾਲਕ, ਸਿੱਧ, ਪੀਰ ਇਹਨਾਂ ਦੇ ਵਿੱਚ ਤਪ ਕਰ ਕਰਕੇ, ਬੰਦਗੀ ਕਰ ਕਰਕੇ, ਪ੍ਰਭੂ ਨੂੰ ਮਿਲ ਕੇ ਆਪਣੇ ਕਿਨਾਰੇ ਪਹੁੰਚੇ ਨੇ। ਇਹਨਾਂ ਜੰਗਲਾਂ ਨੂੰ ਨਿੰਦਣਾ ਇਹ ਬਸਤੀਆਂ ਨਾਲੋਂ ਭਲੇ ਨੇ ਜਿੱਥੇ ਨਾਮ ਤੋਂ ਮਹੀਣੇ, ਈਰਖਾ ਦੇ ਮਾਰੇ ਹੋਏ, ਤ੍ਰਿਸ਼ਨਾ ਦੇ ਭਾਂਬੜ ਵਿੱਚ ਜਲਦੇ ਹਾਏ ਹਾਏ ਕਰਦੇ ਬੰਦੇ ਨੇ। ਉਹਨਾਂ ਨਾਲੋਂ ਇਹ ਦਰਖਤਾਂ ਦੀ ਚੁੱਪ ਦੇਖ ਕਿੰਨੀ ਵਧੀਆ, ਕਿੰਨੀ ਸ਼ਾਂਤੀ ਹੈ ਇਹਨਾਂ 'ਚ। ਬਚਨ ਕਰਦੇ ਨੇ। ਉਸ ਵੇਲੇ ਇੱਕ ਵਪਾਰੀ ਜਾ ਰਿਹਾ, ਪਿੱਠ ਦੇ ਉੱਤੇ ਮਗਰੀ ਬੰਨੀ ਹੋਈ ਹੈ ਇੱਕ ਗੰਢੜੀ, ਕਾਫੀ ਵੱਡੀ ਹੈ, ਅਤੇ ਹੱਥ ਵਿੱਚ ਉਹਨੇ ਤੱਕੜੀ ਰੱਖੀ ਹੋਈ ਹੈ। ਮਹਾਰਾਜ ਕਹਿੰਦੇ ਇਹਨੂੰ ਬੁਲਾਓ। ਮਰਦਾਨੇ ਨੇ ਆਵਾਜ਼ ਦਿੱਤੀ। ਆ ਕੇ ਉਸ ਵਪਾਰੀ ਨੇ ਦੇਖਿਆ ਵੀ ਕੋਈ ਸਤਪੁਰਸ਼ ਨੇ ਬੈਠੇ। ਚਿਹਰਾ ਮੂਹਰਾ ਜਿਹੜਾ ਸੀ ਖਿੱਚ ਪੈਂਦੀ ਸੀ ਦੇਖਦੀ ਸਾਰ। ਨਮਸਕਾਰ ਕੀਤੀ ਬਹੁਤ ਪਿਆਰ। ਉਹਦੇ ਬਾਅਦ ਬੈਠ ਗਿਆ। ਮਹਾਰਾਜ ਜੀ ਕਹਿਣ ਲੱਗੇ, ਤੇਰੀ ਗੰਢੜੀ 'ਚ ਕੀ ਹੈ? ਖੋਲ੍ਹ, ਅਸੀਂ ਦੇਖਣਾ। ਭਲਾ ਪੁਰਸ਼ ਸੀ, ਉਹਨੇ ਖੋਲ੍ਹਤੀ। ਨਹੀਂ ਤਾਂ ਕਹਿੰਦਾ ਤੁਸੀਂ ਖਰੀਦਣਾ ਤਾਂ ਕੁਛ ਹੈ ਨਹੀਂ, ਮੈਂ ਕਾਹਨੂੰ ਖੋਲ੍ਹਾਂ। ਚੰਗਾ ਪੁਰਸ਼ ਸੀ। ਗੰਢੜੀ ਖੋਲ੍ਹ ਦਿੱਤੀ। ਆਹ ਕੀ ਹੈ? ਮਹਾਰਾਜ ਪੁੱਛਣ ਲੱਗੇ। ਕਹਿੰਦਾ ਮਹਾਰਾਜ ਜੀ ਚੌਲ ਰੱਖੇ ਹੋਏ ਨੇ, ਆਹ ਸ਼ੱਕਰ ਹੈ, ਆਹ ਗੁੜ ਹੈ, ਆਹ ਹਲਦੀ ਹੈ, ਆਹ ਨਮਕ ਹੈ, ਮਿਰਚਾਂ ਨੇ, ਇਹ ਦਾਲਾਂ ਨੇ,
ਕਹਿੰਦਾ ਸੱਚੇ ਪਾਤਸ਼ਾਹ ਮੈਂ ਇਹ ਪਿੱਠ 'ਤੇ ਰੱਖ ਕੇ ਲੈ ਜਾਂਦਾ, ਪਿੰਡਾਂ 'ਚ ਕੋਈ ਹੋਰ ਆਉਂਦਾ ਨਹੀਂ ਹੈ, ਮੇਰਾ ਰੁਜ਼ਗਾਰ ਤੁਰਿਆ ਹੈ। ਕਹਿੰਦੇ ਆ ਕੀ ਨੇ? ਇਹ ਕਹਿੰਦਾ ਮਹਾਰਾਜ ਬੱਟੇ ਨੇ, ਸਭ ਤੋਂ ਛੋਟਾ ਬੱਟਾ ਪਾਓ ਦਾ, ਕੱਚਾ ਪਾਓ। ਮਹਾਰਾਜ ਜੀ ਨੇ ਚੁੱਕ ਲਿਆ। ਕਹਿੰਦੇ ਇਹਨਾਂ ਦੇ ਨਾਂ ਕੀ ਨੇ? ਮਹਾਰਾਜ ਇਹ ਦਸ਼ੇਰੀ ਹੈ, ਇਹ ਇੱਕ ਸ਼ੇਰ ਹੈ, ਇਹ ਅੱਧ ਸ਼ੇਰ ਹੈ, ਜਿਹੜਾ ਤੁਹਾਡੇ ਹੱਥ ਵਿੱਚ ਹੈ ਪਾਓ ਹੈ। ਮਹਾਰਾਜ ਕਹਿੰਦੇ ਧੰਨ ਪਾਓ, ਧੰਨ ਪਾਓ, ਧੰਨ ਪਾਓ। ਕੰਮ ਤੂੰ ਵੀ ਤੋਲਾ ਹੀ ਕਰਦਾ ਹੈ, ਪਰ ਤਾਂ ਸਭ ਤੋਂ ਆਪਣੇ ਆਪ ਨੂੰ ਛੋਟਾ ਗਿਣਾਇਆ। ਜਦ ਇਹ ਬਚਨ ਸੁਣਿਆ ਉਹਨੇ ਕਿਹਾ ਵੀ ਇਹ ਤਾਂ ਕੋਈ ਪੂਰਨ ਪੁਰਸ਼ ਨੇ, ਪਿਛਲੇ ਪੂਰਬਲੇ ਭਾਗ ਜਾਗ ਕੇ ਜਗ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਟਹਿ ਪਿਆ, ਚਰਨਾਂ ਛੱਡੇ, ਪਾਤਸ਼ਾਹ ਕਿਰਪਾ ਕਰੋ। ਉਸ ਵੇਲੇ ਮਹਾਰਾਜ ਨੇ ਸੀਸ 'ਤੇ ਹੱਥ ਰੱਖਿਆ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਵਰਿਆਈਆਂ, ਬੱਜਰ ਕਪਾਟ ਖੋਲ੍ਹ 'ਤੇ ਵਾਹਿਗੁਰੂ ਦਾ ਦਰਸ਼ਨ ਘਟ ਘਟ ਵਿੱਚ ਕਰਾ ਦਿੱਤਾ। ਆਪਣੇ ਵਿੱਚ ਵੀ ਉਹੀ ਹੈ, ਬਾਹਰ ਵੀ ਉਹੀ ਹੈ, ਸੋ ਅੰਤਰ ਸੋ ਬਾਹਰ, ਅਨੰਤ ਘਟ ਘਟ ਵਿਆਪ ਰਿਹਾ ਭਗਵਾਨ। ਸੁਰਤ ਵਿਸਾਰ, ਜਿਹੜੀ ਸਾਡੇ ਅੰਦਰ ਸੁਰਤ ਹੈ ਨਾ, ਹੋਸ਼ ਹੈ, ਹਉਮੈ ਦੀ ਹੈ। ਹਉਮੈ ਦੀ ਹੋਸ਼ ਕੀ ਕਰਦੀ ਹੈ? ਅਸੀਂ ਆਪਣੇ ਆਪ ਨੂੰ ਤਾਂ ਜਾਣਦੇ ਨਹੀਂ ਅਸੀਂ ਕੌਣ। 3.5 ਹੱਥ ਦੀ ਦੇਹ ਨੂੰ ਅਸੀਂ ਮੰਨਦੇ ਹਾਂ ਵੀ ਇਹ ਮੈਂ ਹਾਂ। ਸਾਰੇ ਮੰਨਦੇ ਹਾਂ, ਵਿਚਾਰ ਕੇ ਦੇਖ ਲਓ। ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਜਿਹੜਾ ਵਜੂਦ ਨਜ਼ਰ ਆਉਂਦਾ ਉਹਨੂੰ ਕਹਿੰਦੇ ਹਾਂ ਅਸੀਂ ਮਾਇਆ। ਮਹਾਰਾਜ ਕਹਿੰਦੇ ਨਹੀਂ, ਇਹ ਤਾਂ ਤੇਰਾ ਵਹੀਕਲ ਹੈ। ਜੇ ਕੋਈ ਕਾਰ 'ਚ ਬੈਠਾ ਹੋਇਆ, ਕਾਰ ਕਹੇ ਵੀ ਇਹ ਕੀ ਹੈ? ਮੈਂ ਹਾਂ, ਵੀ ਤੂੰ ਤਾਂ ਕਾਰ 'ਚ ਬੈਠਾ ਹੈ। ਮਕਾਨ 'ਚ ਬੈਠਿਆ ਹੋਇਆ ਕਹੇ, ਮਕਾਨ ਨੂੰ ਦੇਖ ਕੇ ਇਹ ਕੌਣ ਹੈ? ਕਹੂ ਮੈਂ ਹਾਂ। ਕਹੂ ਇਹ ਤਾਂ ਪਾਗਲ ਹੋ ਗਿਆ। ਮਕਾਨ ਨੂੰ, ਮਕਾਨ ਦੇ ਵਿੱਚ ਮਕੀ ਹੁੰਦਾ ਹੋਇਆ ਕਹਿੰਦਾ ਮੈਂ ਹਾਂ। ਇਹ ਤਾਂ ਮਕਾਨ ਹੈ, ਮਕਾਨ ਅੱਡ ਹੈ, ਮਕੀ ਅੱਡ ਹੈ, ਰਹਿਣ ਵਾਲਾ ਅੱਡ ਹੈ, ਮਕਾਨ ਅੱਡ ਹੈ। ਕਾਰ ਅੱਡ ਹੈ, ਕਾਰ ਚਲਾਉਣ ਵਾਲਾ ਅੱਡ ਹੈ। ਸਰੀਰ ਅੱਡ ਹੈ, ਸਰੀਰ ਦੇ ਵਿੱਚ ਰਹਿਣ ਵਾਲਾ ਜਿਹੜਾ ਆ ਕੇ ਬਸਿਆ, ਕਰਮਾਂ ਦੇ ਨਾਲ ਦੁੱਖ ਸੁੱਖ ਭੋਗਿਆ ਅਤੇ ਹੁਕਮ ਹੋਇਆ ਤਾਂ ਤੁਰ ਗਿਆ, ਉਹਦਾ ਤਾਂ ਪਤਾ ਨਹੀਂ ਹੈ ਵੀ ਮੈਂ ਕੌਣ, ਉਹ ਕੀ ਹੈ। ਸਰੀਰ ਨੂੰ ਕਹੀ ਜਾਂਦਾ, ਸਰੀਰ ਨੂੰ ਇਹ ਰੋਈ ਜਾਂਦਾ, ਸਰੀਰ ਦੇ ਵਾਸਤੇ ਪਾਪ ਕਰਦਾ। ਐਡਾ ਹੀ ਬੇਹੋਸ਼ੀ ਦੇ ਵਿੱਚ ਲੰਘ ਰਿਹਾ ਬੰਦਾ, ਇੱਕ ਤਾਂ ਨਹੀਂ ਸਾਰਾ ਸੰਸਾਰ। ਮਹਾਰਾਜ ਕਹਿੰਦੇ ਕਮਾਲ ਹੋ ਗਈ, ਬਿਨ ਸ਼ਬਦੇ ਸਭ ਜੱਗ ਬਉ ਰੰਗ।
ਇਹ ਹੋ ਕੀ ਗਿਆ, ਗੁਰਮੁਖ ਨਜ਼ਰੀ ਆਇਆ ਵੀ ਇਹ ਬੋਰਾ ਹੋਇਆ ਫਿਰਦਾ ਜੱਗ, ਬਿਨ ਨਾਵੈ ਜੱਗ ਕਮਲਾ ਫਿਰੇ, ਕਮਲਾ ਹੋਇਆ ਫਿਰਦਾ ਨਾਮ ਤੋਂ ਬਗੈਰ ਜੱਗ ਸੰਸਾਰ, ਕਮਲਿਆਂ 'ਚ ਅਸੀਂ ਵੀ ਹਾਂ। ਇਹ ਕਮਲ ਹੈਗਾ ਹਉਮੈ ਦਾ। ਇਹ ਹਉਮੈ ਕੀ ਕਰਦੀ ਹੈ, ਪਹਿਲਾਂ 3.5 ਹੱਥ ਦੀ ਦੇਹ ਮੰਨਦਾ ਆਪਣੇ ਆਪ ਨੂੰ, ਹੈ ਕੋਈ ਹੋਰ ਚੀਜ਼, ਮੰਨੀ ਜਾਂਦਾ ਹੋਰ ਚੀਜ਼। ਜਿਵੇਂ ਕੋਟ ਹੋਵੇ ਮੇਰੇ ਪਾਇਆ ਹੋਇਆ, ਮੈਂ ਕੋਟ ਨੂੰ ਇਹ ਕਹੀ ਜਾਵਾਂ ਇਹ ਮੈਂ ਆ, ਬਈ ਤੈਂ ਤਾਂ ਪਹਿਨਿਆ ਹੋਇਆ ਕੋਟ, ਤਾਂ ਨਹੀਂ ਤੂੰ, ਕੋਟ ਤੈਂ ਪਹਿਨਿਆ ਹੋਇਆ, ਸਰੀਰ ਨਹੀਂ ਤੂੰ। ਸਰੀਰ ਤਾਂ ਤੇਰਾ ਇਹ ਬਾਹਰਲਾ ਜਿਹੜਾ ਦਿਖਦਾ ਹੈ, ਇਹਦਾ ਨਾਂ ਹੈ ਸਥੂਲ ਸਰੀਰ। ਇਹਦੇ ਵਿੱਚ ਜਿਹੜਾ ਜਾਂਦਾ ਪ੍ਰਲੋਕ ਨੂੰ, ਬਾਰ ਜੂਨਾਂ 'ਚ ਫਿਰਦਾ ਹੈ, ਉਹਦਾ ਨਾਂ ਹੈ ਸੂਖਸ਼ਮ ਸਰੀਰ। ਜਿਹੜਾ ਉਹਦੇ ਅੰਦਰ ਇਹਦੀ ਹੋਂਦ ਕਾਇਮ ਰੱਖਦਾ ਅਗਿਆਨ ਦਾ ਸਰੀਰ, ਉਹਨੂੰ ਕਾਰਨ ਸਰੀਰ ਕਹਿੰਦੇ ਨੇ। ਫਿਰ ਮੈਂ ਕੀ ਹੋਇਆ, ਜੇ ਗੱਲ ਆਪਾਂ ਨਾ ਕਰੀਏ ਗੱਲ ਅਧੂਰੀ ਰਹਿ ਜੂ। ਵੀ ਫਿਰ ਮੈਂ ਕੀ ਹੋਇਆ, ਮਹਾਰਾਜ ਕਹਿੰਦੇ ਤੂੰ, ਮਹਾਰਾਜ ਕਹਿੰਦੇ ਬੁੱਝੋ ਪਿਆਰਿਓ ਇਸ ਦੇਹੀ ਅੰਦਰ ਕੌਣ ਵਸਾਈ, ਦੱਸੋ ਇਹ ਦੇਹੀ 'ਚ ਕੌਣ ਵਸਦਾ। ਸਾਡੇ 'ਤੇ ਸਵਾਲ ਕਰ, ਸਾਨੂੰ ਪਤਾ ਹੀ ਨਹੀਂ ਲੱਗਦਾ। ਮਹਾਰਾਜ ਨੇ ਆਪੇ ਦੱਸਦਾ, ਤਾ ਕਾ ਅੰਤ ਨਾ ਪਾਇਆ ਜਾਏ, ਕਿਹਦਾ ਅੰਤ ਨਹੀਂ ਪੈਂਦਾ। ਐਸੀ ਉਹ ਹਸਤੀ ਕਿਹੜੀ ਹੈ ਜਿਹਦਾ ਅੰਤ ਨਹੀਂ ਪੈ ਸਕਦਾ। ਸਿਆਣੇ ਬੰਦੇ ਕਹਿਣਗੇ ਵੀ ਉਹ ਤਾਂ ਵਾਹਿਗੁਰੂ ਹੈ, ਫਿਰ ਵਾਹਿਗੁਰੂ ਵੱਸਦਾ, ਹੋਰ ਤਾਂ ਕੋਈ ਨਹੀਂ ਵੱਸਦਾ। ਫਿਰ ਇਹ ਹੋਇਆ ਕੀ, ਕਹਿੰਦੇ ਇਹਦੀ ਸੁਰਤ ਥੱਲੇ ਉਤਰੀ ਆਈ, ਉੱਥੇ ਤਾਂ ਜਾਂਦੀ ਨਹੀਂ ਆ ਆਤਮ ਮੰਡਲ 'ਚ। ਮਾਇਆ ਦੇ ਮੰਡਲ 'ਚ ਸੁਰਤ ਉਤਰ ਕੇ ਆਪਣੇ ਆਪ ਨੂੰ 3.5 ਹੱਥ ਦੀ ਦੇਹ ਮੰਨਦੀ ਹੈ। ਜਦ ਤੱਕ ਦੇਹ ਮੰਨਦੀ ਹੈ, ਉਹਨਾਂ ਚਿਰ ਸੰਗਲਾਂ ਦੇ ਨਾਲ ਬੰਨਿਆ ਹੋਇਆ ਦੁੱਖ ਸਹਿੰਦਾ। ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ। ਆਪੇ ਹੀ ਸਾਨੂੰ ਆਪਣੀ ਗਤੀ ਦਾ ਪਤਾ ਹੈ ਬਈ ਹਉਮੈ ਜਦੋਂ ਅਸੀਂ ਨਿਕਲ ਨਹੀਂ ਸਕੇ, ਫਿਰ ਅਲਟੀਮੇਟ ਜਿਹੜਾ ਰਿਜ਼ਲਟ ਹੈ ਸਾਡੇ ਭਾਗਾਂ 'ਚ ਆਉਣ ਵਾਲਾ ਉਹ ਹੈ ਕਿ ਜੰਮਾਂਗੇ ਮਰਾਂਗੇ, ਜੰਮਾਂਗੇ ਮਰਾਂਗੇ। ਮਹਾਰਾਜ ਕਹਿੰਦੇ ਜਿੰਨਾ ਚਿਰ ਤੇਰੇ ਵਿੱਚ ਇਹ ਸੁਰਤ ਹੈ ਨਾ, ਜਬ ਲਗ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਿੰਨਾ ਚਿਰ ਇਹ ਤੈਨੂੰ ਹੈ ਭਾਵਨਾ ਕਿ ਮੈਂ ਕੁਛ ਕਰਦਾ, ਉਹਨਾਂ ਚਿਰ ਜੰਮੀ ਜਾਏਗਾ ਮਰੀ ਜਾਏਗਾ, ਜੰਮੇ ਮਰੇ। ਗੱਲ ਕਹੀ ਤੇ ਤਾਂ ਹਟਦਾ ਨਹੀਂ ਹੈ। ਜੇ ਉਹੀ ਕਹਿ ਦਈਏ ਨਹੀਂ ਜੀ ਮੈਂ ਤਾਂ ਨਹੀਂ ਕਰਦਾ, ਵਾਹਿਗੁਰੂ ਕਰਾਉਂਦਾ, ਬਿਲਕੁਲ ਗਲਤ ਹੈ।
ਉਹਦੀ ਨਿੰਦਿਆ ਕਰ ਦੋ ਦੁਖੀ ਹੋ ਜਾਏਗਾ, ਜੇ ਪ੍ਰਸ਼ੰਸਾ ਕਰ ਦੋ ਖੁਸ਼ ਹੋ ਜਾਏਗਾ ਵੀ ਮੇਰੀ ਗੱਲ ਦੀ ਬੜੀ ਭਾਰੀ ਪ੍ਰਸ਼ੰਸਾ ਹੋ ਰਹੀ ਹੈ। ਤਾਂ ਨੈਚੁਰਲ ਚੀਜ਼ਾਂ ਨੇ। ਫਿਰ ਸਮਝੇ ਕੀ ਇਹਨੇ ਤਾਂ ਸਮਝਿਆ ਨਹੀਂ ਜਿਹੜਾ ਅਸਲੀ ਹੈ। ਇਸ ਮੰਦਰ ਮੈਂ ਕੌਣ ਵਸਾਈ ਤਾਂ ਕੋ ਅੰਤ ਨਾ ਪਾਇਆ ਜਾਏ। ਇਹਦੇ 'ਚ ਕੌਣ ਵਸਦਾ? ਉਹ ਹੈ ਕੀ, ਕਿਹਾ ਜਿਹਾ ਹੈ? ਮਿੱਟੀ ਦਾ ਹੈ, 5 ਤੱਤਾਂ ਦਾ ਬਣਿਆ ਹੋਇਆ ਹੈ। ਮਹਾਰਾਜ ਕਹਿੰਦੇ ਨੇ 5 ਤੱਤ ਉਹਦੇ ਨੇੜੇ ਤੇੜੇ ਦੀ ਨਹੀਂ ਲੱਗਦੇ। ਉਹ ਨਿਰੀ ਕੌਨਸ਼ੀਅਸਨੈਸ ਜਾਗਰਤ ਜੋਤ ਹੈ। ਇਹ ਵੀ ਨਾ ਸਮਝ ਲਓ ਵੀ ਕੋਈ ਦੀਵਾ ਜਲਦਾ ਹੈ, ਇਹ ਭੁਲੇਖੇ ਪੈ ਜਾਂਦੇ ਨੇ। ਉਹ ਕਹਿੰਦੇ ਉਹ ਗਿਆਨ ਹੈ, ਨਿਰਾ ਹੀ ਗਿਆਨ ਹੈ। ਜਿਹੜੇ ਤੂੰ ਹੈ ਨਾ, ਕਹਿੰਦੇ ਨਿਰਾ ਗਿਆਨ ਹੈ। ਪੜ੍ਹ ਲਓ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਰੂਪ ਹੈ, ਆਪਣਾ ਮੂਲ ਪਛਾਣ। ਪ੍ਰਮਾਣ ਕਰਦੇ ਆ ਕਿ ਆਪਣਾ ਮੂਲ ਪਛਾਣ, ਜੜ ਪਛਾਣ। ਇਹ ਮੁੱਲ ਨਹੀਂ ਹੈ, ਇੱਥੇ ਮੁੱਲੇ ਕਹੀ ਜਾਂਦੇ। ਆਪਣਾ ਮੁੱਲ ਪਛਾਣ ਸਾਡੇ ਸਿੰਘ ਵੀ ਕਹੀ ਜਾਂਦੇ। ਮੂਲ ਕਹਿੰਦੇ ਆ ਜਿੱਥੋਂ ਜੜ ਬੁਨਿਆਦ ਤੇਰੀ ਕੀ ਹੈ। ਤੂੰ ਹੈ ਗਿਆਨ ਨਿਰਾਈ। ਗਿਆਨ ਦਾ ਹੁਣ ਕੀ ਰੂਪ ਹੈ, ਕੀ ਰੰਗ ਹੈ, ਕੀ ਰੇਖ ਹੈ, ਕੀ ਭੇਖ ਹੈ, ਕੀ ਚੱਕਰ ਹੈ, ਕੀ ਚੇਨ ਹੈ, ਕੀ ਜਾਤ ਹੈ, ਕੀ ਵਰਨ ਹੈ ਕੋਈ ਬੰਦਾ ਜਿਹੜਾ ਦੱਸ ਦੇਵੇ? ਗਿਆਨ ਤਾਂ ਗਿਆਨ ਹੀ ਹੈ, ਜੋਤ ਹੈ। ਇਹ ਸਰੀਰ ਆ ਮੇਰਿਆ, ਹਰ ਤੋਂ ਮੈਂ ਜੋਤ ਧਰੀ ਹੈ। ਸਰੀਰ ਵਿੱਚ ਗਿਆਨ ਧਰਿਆ ਤਾਂ ਤੂੰ ਜਗ ਪਾਇਆ। ਵਾਹਿਗੁਰੂ ਵੱਡਾ ਗਿਆਨ ਹੈ, ਤੂੰ ਛੋਟਾ ਗਿਆਨ ਹੈ। ਇਹ ਜਿਹੜੀ ਤੇਰੇ ਅੰਦਰ ਇਹ ਭਾਵਨਾ ਪੈਦਾ ਹੋ ਗਈ ਕਿ ਮੈਂ 3.5 ਹੱਥ ਦਾ ਸਰੀਰ ਹੈ, ਇਹ ਹਉਮੈ। ਇਹ ਹਉਮੈ ਨੂੰ ਜੇ ਬੁੱਝ ਜਾਵੇਂ, ਹਉਮੈ ਬੁੱਝੈ ਤਾਂ ਦਰ ਸੁਝੈ, ਤਾਂ ਦਰ ਸੁਝਦਾ। ਜਿੰਨਾ ਚਿਰ ਹਉਮੈ ਦੇ ਵਿੱਚ ਹੈ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਕਾਲਾ, ਮੈਂ ਗੋਰਾ, ਮੈਂ ਗਰੀਬ, ਮੈਂ ਅਮੀਰ, ਕਰੀ ਜਾ ਕੇ ਤੇਰਾ ਜਨਮ ਮਰਨ ਨਹੀਂ ਹਟਣਾ। ਸੋ ਅੰਮ੍ਰਿਤਾ ਅਸੀਂ ਛਕ ਲੈਂਦੇ ਹਾਂ। ਗਾਹਾਂ ਕੌਣ ਤੋਰੇ? ਗਾਹਾਂ ਦਾ ਬੜਾ ਔਖਾ ਕੋਰਸ ਹੈ। ਗੁਰੂ ਗ੍ਰੰਥ ਸਾਹਿਬ 1430 ਪੰਨੇ ਦੇ ਵਿੱਚ 2 ਤੁਕਾਂ ਦੀ ਵਿਆਖਿਆ ਸਾਰੀ ਹੋਈ। ਪੁੱਛ ਲਿਓ ਕਿਸੇ ਰੀਅਲਾਈਜ਼ ਸੋਲ ਨੂੰ, ਗਿਆਨੀਆਂ ਨੂੰ ਤਾਂ ਨਹੀਂ ਇਸ ਗੱਲ ਦਾ ਪਤਾ ਲੱਗਦਾ। ਮੇਰੇ ਕੋਲ ਵੱਡੇ ਡੀਨ ਆਏ ਯੂਨੀਵਰਸਿਟੀ ਦੇ, ਉਹ ਕਹਿੰਦੇ ਮੈਂ ਦਿਖਾਉਣ ਆਇਆ, ਮੈਂ ਇੰਗਲਿਸ਼ ਦੇ ਵਿੱਚ
ਭਾਈ ਗੁਰਦਾਸ ਜੀ ਦੀਆਂ 12 ਦਾ ਟਰਾਂਸਲੇਸ਼ਨ ਕਰ ਰਿਹਾ। ਮੈਂ ਕਿਹਾ ਤੁਹਾਡਾ ਐਫਰਟ ਤਾਂ ਬਹੁਤ ਵਧੀਆ ਹੈ। ਉਹ ਜਦ ਮੈਨੂੰ ਦਿਖਾਇਆ, ਮੈਂ ਕਿਹਾ ਤੁਸੀਂ ਤਾਂ ਜਮਾਂ ਹੀ ਘਚੋਲਾ ਹੀ ਫੇਰਤਾ, ਹੁਣ ਤਾਂ ਆਪ ਹੀ ਨਹੀਂ ਪਤਾ ਵੀ ਇਹਦਾ ਅਰਥ ਕੀ ਹੈ। ਉਹ ਜੇ ਗੱਲ ਸਮਝ ਹੀ ਨਹੀਂ ਹੈ, ਆਪ ਹਨੇਰੇ ਵਿੱਚ ਹੈ, ਅੰਨਾ ਆਗੂ ਹੋਵੇ, ਅੰਨਾ ਆਗੂ ਜੇਠੀਏ, ਫਿਰ ਕਰਦਾ ਕੀ ਹੈ, ਅੰਨੇ ਦੇ ਪਿੱਛੇ ਲੱਗ ਜਾਓ। ਆ ਜਮਨਾ ਨੇੜੇ ਹੀ ਹੈ, ਉਹਨੂੰ ਪਤਾ ਹੀ ਨਹੀਂ ਵੀ ਪਾਣੀ ਦੀ ਭਰੀ ਚੱਲਦੀ ਹੈ, ਸਿੱਧਾ ਹੀ ਪੈਰ ਵਿੱਚ ਰੱਖ ਕੇ ਨਾਲ ਦੇ ਸਾਥੀ ਵੀ ਗਏ, ਆਪ ਹੀ ਗਿਆ। ਅੰਨਾ ਆਗੂ ਜੇਠੀਏ ਸਭ ਸਾਥ ਮੁਹਾਲ। ਨੇਤਰਾਂ ਵਾਲਾ ਹੋਣਾ ਚਾਹੀਦਾ, ਸੁਰਤ ਵਾਲਾ ਹੋਣਾ ਚਾਹੀਦਾ। ਉਹ ਜਿਹੜਾ ਸੁਰਤ ਵਾਲਾ ਉਹ ਦੱਸ ਦਿੰਦਾ ਵੀ ਤੇਰਾ ਮੰਤਵ ਕੀ ਹੈ, ਕਾਹਦੇ ਵਾਸਤੇ ਆਏ ਆ ਪਿਆਰਿਆ। ਜੇ ਤਾਂ ਤੈਂ ਬੁੱਝ ਲਿਆ ਤਾਂ ਠੀਕ ਹੈ, ਜੇ ਤੈਂ ਬੁੱਝਿਆ ਨਹੀਂ ਤਾਂ ਤੂੰ ਪਸ਼ੂ ਢੋ ਰਿਹਾ। ਆਵਨ ਹੈ ਸ੍ਰੇਸ਼ਟ ਮੈਂ ਬਿਨ ਬੁੱਝੇ ਪਸ਼ਟੋ। ਮਹਾਰਾਜ ਨੇ ਕਹਾ ਦੱਸ ਵੀ ਦਿੱਤਾ, ਭੇਤ ਵੀ ਖੋਲ੍ਹਤਾ। ਨਾਨਕ ਗੁਰਮੁਖ ਸੋ ਬੁਝੈ। ਕਹਿੰਦੇ ਜਿਹਦੇ ਮੱਥੇ ਵਿੱਚ ਭਾਗ ਨੇ ਨਾ, ਜਿਵੇਂ ਉਹ ਵਪਾਰੀ ਦੇ ਸੀਗੇ, ਉਹਨੂੰ ਬੁਝਾ ਦਿੱਤਾ। ਕਿਹਨੇ? ਗੁਰੂ ਦੇ ਰਾਹੀਂ ਬੁਝਿਆ, ਗੁਰਮੁਖ ਦੇ ਰਾਹੀਂ। ਗੁਰਮੁਖ ਕਹੋ, ਸੰਤ ਕਹੋ, ਸਾਧੂ ਕਹੋ, ਕੋਈ ਨਾਂ ਲੈ ਲਓ, ਨਾਂ ਲੈਣ 'ਚ ਫਰਕ ਨਹੀਂ। ਸੰਤ ਕਹੇ ਤਾਂ ਸਾਨੂੰ ਐਲਰਜੀ ਹੋ ਜਾਂਦੀ ਹੈ ਅੱਜ ਕੱਲ੍ਹ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਸ਼ਬਦ ਨੂੰ ਅਸੀਂ ਦੂਸ਼ਿਤ ਕਰ ਦਿੱਤਾ। ਕੁਛ ਦੂਜਿਆਂ ਨੇ ਕਰਤਾ, ਕੁਛ ਆਪੇ ਹੀ ਸੰਤ ਕਹਾ ਕੇ ਕਰਤਾ। ਸੰਤ ਦਾ ਤਾਂ ਦਰਜਾ ਬਹੁਤ ਉੱਚਾ ਹੈ, ਜਣਾ ਖਣਾ ਸੰਤ ਨਹੀਂ ਹੋ ਸਕਦਾ। ਉਹ ਸੰਤ ਇਹ ਹੁੰਦਾ ਜਿਹੜਾ ਕੁਛ ਵੀ ਨਾ ਹੋਵੇ, ਖਤਮ ਹੋ ਗਿਆ, ਫਨਾ ਫਿਲਾ ਚਲਿਆ ਗਿਆ, ਸੱਤਵੀਂ ਭੂਮਿਕਾ ਫਨਾ ਫਿਲਾ, ਅਭੇਦ ਅਵਸਥਾ ਚਲਿਆ ਗਿਆ। ਉਹਨੂੰ ਲੋਕ ਸੰਤ ਕਹਿੰਦੇ ਨੇ, ਉਹ ਆਪ ਕੁਛ ਨਹੀਂ ਹੁੰਦਾ। ਉਹ ਹੁੰਦਾ ਕੀ ਹੈ, ਜੇ ਉਹ ਗੱਲ ਦੱਸ ਦਿੱਤੀ ਜਾਵੇ ਉਹ ਤਾਂ ਬਹੁਤਾ ਹੀ ਉੱਚਾ ਹੁੰਦਾ। ਇਸ ਤਰ੍ਹਾਂ ਬਾਣੀ ਫਰਮਾਨ ਕਰਦੀ ਹੈ, ਸ਼ਿਵ ਜੀ ਖੋਜਦੇ ਫਿਰਦੇ ਬਰਮ ਗਿਆਨੀ ਨੂੰ, ਸ਼ਿਵ ਜੀ ਖੋਜਦੇ ਫਿਰਦੇ ਬਰਮ ਗਿਆਨੀ ਨੂੰ। ਖੋਜੇ ਮਹੇਸ਼ਰ। ਕਿਉਂ ਖੋਜਦੇ ਨੇ? ਮਹਾਰਾਜ ਕਹਿੰਦੇ ਨਾਨਕ ਬ੍ਰਹਮ ਗਿਆਨੀ ਕੀ ਹੈ ਉਹ ਭਾਈ? ਆਪ ਪਰਮੇਸ਼ਰ। ਹੁਣ ਪਰਮੇਸ਼ਰ ਜਿਹੜਾ ਹੈ, ਇਹ ਤਿੰਨ ਮੁੱਖ ਦੇਵ ਸਾਰੀ ਸ੍ਰਿਸ਼ਟੀ ਵਿੱਚੋਂ ਪਾਵਰਫੁੱਲ ਨੇ, ਭਾਵਨਾ ਦਾ ਫਲ ਦਿੰਦੇ ਨੇ। ਇੱਕ ਸੰਸਾਰ ਨੂੰ ਪੈਦਾ ਕਰਨ ਵਾਲਾ, ਇੱਕ ਲੈ ਕਰਨ ਵਾਲਾ, ਇੱਕ ਪਾਲਣ ਵਾਲਾ। ਇੱਕ ਮਾਈ ਜੂਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਇਹਨਾਂ ਦੀ ਮਰਜ਼ੀ ਨਹੀਂ, ਚਲਾਉਣ ਵਾਲਾ ਹੋਰ ਹੈ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਉਹ ਤਾਂ ਦੇਖ ਰਿਹਾ, ਲੇਕਿਨ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਬਹੁਤਾ ਇਹ ਵਿਲਾਨ। ਇਹ ਫਿਰ ਕੀ ਕਰਦੇ ਨੇ? ਜਿਹੜੇ ਮਿਲੇ ਹੋਏ ਨੇ, ਜਿਨ੍ਹਾਂ 'ਚੋਂ ਮੈਂ ਟੁੱਟ ਗਈ, ਜਿਹੜੇ ਅਭੇਦ ਅਵਸਥਾ ਵਾਲੇ ਸਰੀਰ ਰਹਿ ਗਏ ਬਾਕੀ, ਜਿਹੜਾ ਉਹਦੇ ਵਿੱਚ ਸੀਗਾ ਅਗਿਆਨ ਦਾ ਪੁਤਲਾ, ਉਹ ਤਾਂ ਹੋ ਗਿਆ ਖਤਮ। ਹੁਣ ਉਹਦੇ ਵਿੱਚ ਵਾਹਿਗੁਰੂ ਰਹਿ ਗਿਆ ਇਕੱਲਾ ਹੀ। ਉਹ ਸਰੀਰ ਨੂੰ ਟੋਲਦੇ ਫਿਰਦੇ ਨੇ ਵੀ ਜਿੱਥੇ ਵਾਹਿਗੁਰੂ ਬੋਲਦਾ, ਜਿੱਥੇ ਵਾਹਿਗੁਰੂ ਦੇਖਦਾ, ਜਿੱਥੇ ਉਹਨੂੰ ਕਹਿੰਦੇ ਬਰਮ ਨੇਸ਼ਟੀ, ਬਰਮ ਸਰੋਤਰੀ, ਬਰਮ ਭਗਤਾ। ਉਹ ਜਿਹੜਾ ਸੰਤ ਹੁੰਦਾ ਹੈ, ਉਹਦੀ ਸੱਤਵੀਂ ਭੂਮਿਕਾ ਫਨਾ ਫਿਲਾ, ਅਭੇਦ ਅਵਸਥਾ, ਆਪਾਂ ਨਹੀਂ ਕੁਛ ਵੀ ਬਚਿਆ ਕਰਦਾ ਉਹਦਾ। ਉਹ ਅਸਲੀ ਹੋ ਜਾਂਦਾ ਹੈ। ਕਬੀਰ ਜਾ ਕੋ ਖੋਜਤੇ ਸੋਈ ਪਾਇਓ ਠੌਰ, ਸੋਈ ਫਿਰ ਕੇ ਤੂੰ ਭਇਆ ਜਾ ਕੋ ਕਹਿਤਾ ਔਰ। ਟੋਲਦਾ ਰੱਬ ਨੂੰ ਸੀ, ਟੋਲਦੇ ਟੋਲਦੇ ਕੀ ਦੇਖਿਆ ਵੀ ਇਹ ਤਾਂ ਜਿਹਨੂੰ ਟੋਲਦਾ ਉਹ ਤਾਂ ਮੈਂ ਹੀ ਹਾਂ।
ਉਹ ਰੱਬ ਇਹ ਸੀਗਾ, ਜਿਹੜੀ ਮੈਂ ਸੀ ਉਹ ਟੁੱਟ ਗਈ ਵਿੱਚੋਂ। ਜਦ ਮੈਂ ਟੁੱਟ ਜਾਂਦੀ ਹੈ, ਮਹਾਰਾਜ ਨੇ ਇੱਕ ਥਾਂ ਲਿਖਿਆ, ਨਾਨਕ ਤਰਬਰ ਏਕ ਫਲ ਦੋਏ ਪੰਖੇਰੂ ਆਏ। ਬੁੱਧੀ ਰੂਪ ਬਿਰਛ ਦੇ ਉੱਤੇ ਦੋ ਪੰਖੇਰੂ ਬੈਠੇ ਨੇ। ਇੱਕ ਤਾਂ ਉਹ ਹੈ ਜਿਹੜਾ ਕੁਛ ਵੀ ਨਹੀਂ ਕਰਦਾ, ਕੋਈ ਕਰਮ ਦਾ ਫਲ ਨਹੀਂ ਭੋਗਦਾ, ਚੁੱਪ ਕਰਕੇ ਆਨੰਦ ਨਾਲ ਬੈਠੇ। ਇੱਕ ਉਹ ਹੈ ਜਿਹੜਾ ਉੜਿਆ ਫਿਰਦਾ, ਆਵਤ ਜਾਤਨਾ ਦੀ ਸਹੀ ਨਾ ਪਰ ਪੰਖੀ ਤਾਂ ਹੈ, ਇੱਕ ਤਾਂ ਜਾਂਦਾ ਹੀ ਨਹੀਂ ਕਿਤੇ। ਇੱਕ ਜਿਹੜਾ ਪੰਖੀ ਬਿਰਖ ਸੁਹਾਵੜੇ ਉੱਡੇ ਚੌਧਰ ਜਾਏ, ਜੇ ਤਾਂ ਉੱਡੇ ਦੂਖ ਘਣੋ ਦਾਜੇ ਤੇ ਬੱਲੇ। ਉਹ ਆ ਅਸੀਂ ਜਿਹੜੇ ਅੱਜ ਕੱਲ੍ਹ ਅਸੀਂ ਬਣੇ ਹੋਏ ਹਾਂ। ਸੋ ਉਹ ਜਿਹੜਾ ਹੈ ਜਦੋਂ ਖਤਮ ਹੋ ਜਾਂਦਾ ਹੈ, ਝੂਠ ਖਤਮ ਹੋ ਗਿਆ, ਸੱਚ ਦਾ ਪ੍ਰਕਾਸ਼ ਹੋ ਗਿਆ। ਸੱਚ ਦਾ ਪ੍ਰਕਾਸ਼ ਹੋਇਆ, ਉਹ ਵਾਹਿਗੁਰੂ ਹੋਇਆ ਕਰਦਾ। ਉਹ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਾਂ ਪਾਪਾ ਪਰ ਕਾ ਮਿਟ ਗਿਆ, ਜਦ ਦੇਖਾ ਤਾ। ਇਹਨਾਂ ਤੱਕ ਤਾਂ ਬੁੱਝ ਲਿਆ ਭਾਈ, ਨਾਨਕ ਗੁਰਮੁਖ ਸੋ ਬੁਝਿਆ। ਗੁਰਮੁਖ ਦੇ ਰਾਹੀਂ, ਮਹਾਂਪੁਰਸ਼ ਦੇ ਰਾਹੀਂ ਉਹਨੇ ਬੁੱਝ ਲਿਆ। ਕਿਹਨੇ? ਜਾ ਕੇ ਭਾਗ ਮਥੋਰ, ਜਿਹਦੇ ਮੱਥੇ ਦੇ ਵਿੱਚ ਦਰਗਾਹ ਤੋਂ ਭਾਗ ਲਿਖੇ ਹੋਏ ਨੇ। ਇਸ ਕਰਕੇ ਫਰਮਾਨ ਹੈ, ਪੂਰਬ ਕਰਮ ਅੰਕਰ ਜਾ ਪ੍ਰਗਟਿਓ, ਭੇਟਿਓ ਪੁਰਖ ਬੈਰਾਗ ਰਸਕ ਬੈਰਾਗ। ਹੁਣ ਕਰਦਾ ਕੀ ਹੈ ਉਹਦੇ ਮਿਲਣਾ? ਕਹਿੰਦੇ ਮਿਟਿਓ ਅੰਧੇਰ ਮਿਲਤ ਹਰ ਨਾਨਕ। ਉਹ ਹਨੇਰਾ ਜਿਹੜਾ ਮਨ 'ਚ ਪਿਆ ਹੋਇਆ ਨਾ, ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000, ਇਹ 'ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉਹ ਹਨੇਰੇ ਨੂੰ ਬਦਲ ਦਿੰਦਾ, ਕੱਟ ਦਿੰਦਾ ਹਨੇਰੇ ਨੂੰ, ਅਤੇ ਪ੍ਰਕਾਸ਼ ਹੈ ਪ੍ਰਕਾਸ਼ ਉਹਦੇ ਅੰਦਰ ਹੋ ਜਾਂਦਾ। ਉਹ ਦੂਰ ਹੋ ਗਿਆ, ਮਿਟਿਓ ਅੰਧੇਰ ਮਿਲਤ ਹਰ ਨਾਨਕ। ਅਤੇ ਦੂਜੀ ਗੱਲ ਕੀ ਹੁੰਦੀ ਹੈ? ਕਹਿੰਦੇ ਜਨਮ ਜਨਮ ਕੀ ਸੋਈ ਜਾਗੀ, ਸਾਡੀ ਸੁਰਤ ਸੁੱਤੀ ਪਈ ਹੈ। ਸੁੱਤੀ ਹੋਈ ਸੁਪਨੇ ਲੈ ਰਹੀ ਹੈ, ਸੁਪਨੇ ਨਾਲ ਅਸੀਂ ਮਨ ਲਾਇਆ ਹੋਇਆ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ। ਸੁਪਨੇ ਨਾਲ ਚਿੱਤ ਲਾ ਲਿਆ ਸੀ। ਸੁਪਨੇ ਦੇ ਵਿੱਚ ਹੈ ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਜਿਹਾ ਜਿਹਾ ਰਾਤ ਦਾ ਸੁਪਨਾ ਉਹ ਜਿਹਾ ਹੀ ਸੰਸਾਰ। ਸੋ ਸੁਪਨੇ ਦੇ ਨਾਲ ਮਨ ਲਾ ਕੇ ਸਾਡਾ ਜਿਹੜਾ ਟਾਈਮ ਹੈ ਨਾ, ਸੁਤਨ ਇੰਦਿਆਂ ਦਾ ਲੰਘਿਆ ਤੁਰਿਆ ਜਾ ਰਿਹਾ। ਮਹਾਰਾਜ ਵਾਰ ਵਾਰ ਇਸ ਜੀਵ ਨੂੰ ਕਹਿੰਦੇ ਨੇ, ਪੜ੍ਹੋ ਪਿਆਰ ਨਾਲ।